असलामुअलैकुम जी नाजरीन। 11 मई ਨੂੰ सुबह 7 ਵਜੇ गुजरात ਦੇ ਵਿੱਚ ਇੱਕ ਐਸਾ ਦਿਲ ਖਰਾਸ਼ ਵਾਕਿਆ ਪੇਸ਼ ਆਇਆ ਕਿ ਇੱਕ ਆਦਮੀ ਜਿਹੜਾ ਆਪਣੀ ਬੀਵੀ ਨੂੰ ਨਾਦਰਾ ਦੇ ਦਫ਼ਤਰ ਛੱਡਣ ਜਾਂਦਾ ਤੇ ਨਾਦਰਾ ਦੇ ਦਫ਼ਤਰ ਜਿਸ ਵੇਲੇ ਪਹੁੰਚਦੇ ਨੇ ਉਤਰ ਕੇ ਤੇ ਬੀਵੀ ਜਿਹੜੀ ਆ ਆਪਣੇ ਦਫ਼ਤਰ ਅੰਦਰ ਚਲ ਜਾਂਦੀ ਹੈ, ਇਹ ਵੀ ਅੰਦਰ ਚਲੇ ਜਾਂਦਾ ਤੇ ਉਸ ਤੋਂ ਬਾਅਦ ਜਿਸ ਵੇਲੇ ਬੀਵੀ ਆਪਣੇ ਕੈਬਨ ਦੇ ਵਿੱਚ ਬਹਿੰਦੀ ਆ ਤੇ ਇੱਕ ਪਿਸਟਲ ਕੱਢਦਾ ਤੇ ਠਾ ਉਹਨੂੰ ਗੋਲੀ ਮੁਬੱਯਨਾ ਤੌਰ ਤੇ ਮਾਰ ਦਿੰਦਾ। ਉਸ ਤੋਂ ਬਾਅਦ ਇਹ ਆਪਣੇ ਆਪ ਨੂੰ ਵੀ ਫਿਰ ਗੋਲੀ ਮਾਰ ਲੈਂਦਾ। ਉਹਦੀ ਕੀ ਵਜ੍ਹਾ ਬਣੀ ਕਿ ਇਹਨੇ ਜਾ ਕੇ ਨਾਦਰਾ ਦੇ ਦਫ਼ਤਰ ਹੀ ਆਪਣੀ ਬੇਗਮ ਨੂੰ ਗੋਲੀ ਮਾਰੀ ਔਰ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਕੀ ਇਹਦੀ ਵਜ੍ਹਾ ਸੀ ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇਹ ਵਾਕਿਆ 11 ਮਈ ਨੂੰ ਪੇਸ਼ ਆਇਆ। ਗੁਜਰਾਤ ਦੇ ਵਿੱਚ ਇੱਕ ਫੈਮਿਲੀ ਰਹਿੰਦੀ ਹੈ। ਇਸ ਫੈਮਿਲੀ ਦੇ ਸਰਬਰਾਹ ਦਾ ਨਾਮ ਆ ਬਿਲਾਲ। ਬਿਲਾਲ ਦੀ ਉਮਰ ਜਿਹੜੀ ਆ ਉਹ 47 ਸਾਲ ਔਰ ਇਸ ਦੀ ਬੀਵੀ ਦਾ ਨਾਮ ਆ ਅੰਬਰ। ਉਸ ਦੀ ਉਮਰ ਜਿਹੜੀ ਆ 42 ਸਾਲ ਆ ਤੇ ਅੱਲਾਹ ਤਾਲਾ ਨੇ ਇਹਨਾਂ ਨੂੰ 3 ਬੱਚੇ ਦਿੱਤੇ ਹੋਏ, ਜਿਹਦੇ ਵਿੱਚ ਇੱਕ ਸਭ ਤੋਂ ਬੜੀ ਬੇਟੀ ਜਿਹੜੀ ਉਹ ਸ਼ਾਦੀशुदा ਆ, ਸਾਊਦੀ ਅਰਬ ਦੇ ਵਿੱਚ ਆਪਣੇ ਖਾਮਦ ਸ਼ੌਹਰ ਨਾਲ ਰਹਿ ਰਹੀ ਆ। ਉਸ ਤੋਂ ਬਾਅਦ 2 ਇਹਨਾਂ ਦੇ ਛੋਟੇ ਬੱਚੇ ਨੇ ਜਿਹਦਾ ਨਾਮ ਆ ਮਨਸੂਰ ਔਰ ਮੋਇਦ। ਦੱਸ ਰਹੇ ਨੇ ਉਹ ਵੀ ਤਕਰੀਬਨ ਜਵਾਨ ਨੇ। ਉਸ ਤੋਂ ਬਾਅਦ ਕੀ ਹੁੰਦਾ ਕਿ ਇਹਨਾਂ ਦੇ ਦਰਮਿਆਨ ਕੋਈ ਲੜਾਈ ਝਗੜਾ ਚੱਲ ਰਿਹਾ ਹੁੰਦਾ, ਕੋਈ 10-15 ਦਿਨ ਹੋ ਗਏ ਤੇ ਉਸ ਤੋਂ ਬਾਅਦ ਇਹ ਜਿਹੜੀ ਬੀਵੀ ਆ ਇਹਦੀ ਅੰਬਰ, ਉਹ ਇਹਦੇ ਨਾਲ ਮੋਟਰਸਾਈਕਲ ਤੇ ਨਹੀਂ ਜਾਂਦੀ। ਉਸ ਤੋਂ ਪਹਿਲਾਂ ਇਹ ਦੋਨੋਂ ਮੀਆਂ ਬੀਵੀ ਮੋਟਰਸਾਈਕਲ ਤੇ ਇਕੱਠੇ ਹੀ ਜਾਂਦੇ ਨੇ। ਮੀਆਂ ਡੇਲੀ ਉਹਨੂੰ ਛੋੜ ਕੇ ਆਂਦਾ ਤੇ ਉਹਨੂੰ ਲੈ ਕੇ ਆਂਦਾ ਆ। ਉਸ ਤੋਂ ਬਾਅਦ ਜਦੋਂ ਲੜਾਈ ਹੋ ਗਈ, ਇਹਨਾਂ ਦੀ 10-15 ਦਿਨ ਹੋ ਗਏ ਸੀ, ਇਹ ਬੇਗਮ ਨੂੰ ਆਪਣੀ ਨੂੰ ਛੱਡਣ ਨਹੀਂ ਸੀ ਜਾਂਦਾ। ਉਹ ਕੱਲੀ ਹੀ ਜਾਂਦੀ ਸੀ, ਰਕਸ਼ਾ ਕਰਾਉਂਦੀ ਸੀ ਔਰ ਰਕਸ਼ਾ ਕਰਵਾ ਕੇ ਆਪਣੇ ਦਫ਼ਤਰ ਡਿਊਟੀ ਤੇ ਚਲੇ ਜਾਂਦੀ ਸੀ। ਦਫ਼ਤਰ ਸੀ ਜਿਹੜਾ ਇਹ ਸਰਵਰ ਰੋਡ ਤੇ ਸੀ ਤੇ ਨਾਦਰਾ ਦਾ ਐਗਜ਼ੈਕਟਿਵ ਦਫ਼ਤਰ ਸੀ। ਦਫ਼ਤਰਾਂ ਦੀਆਂ ਬ੍ਰਾਂਚਾਂ ਹੁੰਦੀਆਂ ਨੇ, ਇਹ ਐਗਜ਼ੈਕਟਿਵ ਬ੍ਰਾਂਚ ਸੀ ਜਿੱਥੇ ਇਹ ਡਿਊਟੀ ਕਰਦੀ ਸੀ। ਤੇ 10-15 ਦਿਨ ਹੋ ਗਏ ਰਕਸ਼ੇ ਤੇ ਹੀ ਜਾਂਦੀ ਸੀ ਤੇ ਰਕਸ਼ੇ ਤੇ ਹੀ ਆਂਦੀ ਸੀ। ਇਹਦਾ ਸ਼ੌਹਰ ਨਹੀਂ ਸੀ ਛੱਡਣ ਜਾਂਦਾ। ਹੁੰਦਾ ਕੀ ਆ ਕਿ 11 ਮਈ ਨੂੰ ਸਵੇਰ ਦੇ ਟਾਈਮ 7 ਵਜੇ ਜਿਸ ਵੇਲੇ ਇਹ ਉੱਠਦੇ ਨੇ, ਜਾਣ ਦੀ ਤਿਆਰੀ ਕਰਦੇ ਨੇ, ਇਹ ਕਹਿੰਦਾ ਕਿ ਤੁਸੀਂ ਅੱਜ ਨਾ ਰਕਸ਼ੇ ਤੇ ਨਹੀਂ ਜਾਣਾ, ਮੈਂ ਤੈਨੂੰ ਛੱਡਣ ਜਾਵਾਂਗਾ। ਬੀਵੀ ਬੜੀ ਖੁਸ਼ ਹੋ ਜਾਂਦੀ ਹੈ ਕਿ ਚਲੋ ਅੱਲਾ ਦਾ ਸ਼ੁਕਰ ਆ ਕਿ ਸ਼ੌਹਰ ਦੀ ਮੇਰੇ ਨਾਲ ਕੋ ਸੁਲ੍ਹਾ ਹੋ ਗਈ ਆ ਤੇ ਅੱਜ ਇਹਦਾ ਆਪਣਾ ਦਿਲ ਕਰ ਗਿਆ ਕਿ ਮੈਂ ਛੱਡ ਕੇ ਆਨਾ ਆ। ਤੇ ਬੀਵੀ ਬੜੀ ਖੁਸ਼ ਹੋ ਗਈ, ਕਹਿੰਦੀ ਠੀਕ ਆ, ਅੱਜ ਮੈਂ ਰਕਸ਼ਾ ਨਹੀਂ ਮੰਗਾਵਾਂਗੀ। ਜਿਸ ਵੇਲੇ ਇਹ ਘਰੋਂ ਜਾਣ ਦੀ ਤਿਆਰੀ ਕਰਦੇ ਨੇ, ਮੋਟਰਸਾਈਕਲ ਚੁੱਕਦੇ ਨੇ ਤੇ ਆਪਣੀ ਬੀਵੀ ਨੂੰ ਪਿੱਛੇ ਬਿਠਾਉਂਦਾ ਤੇ ਦਫ਼ਤਰ ਵਾਲੀ ਸਾਈਡ ਨੂੰ ਨਿਕਲ ਪੈਂਦੇ ਨੇ। 8 ਵਜੇ ਡਿਊਟੀ ਹੁੰਦੀ ਆ। ਜਾ ਕੇ ਦਫ਼ਤਰ ਜਿਸ ਵੇਲੇ ਪਹੁੰਚਦੇ ਨੇ, ਇਹ ਅੰਦਰ ਚਲੇ ਜਾਂਦੀ ਆ ਆਪਣੇ ਕੈਬਨ ਦੇ ਵਿੱਚ ਤੇ ਇਹ ਵੀ ਪਿੱਛੋਂ ਨਾਲ ਹੀ ਅੰਦਰ ਚਲੇ ਜਾਂਦਾ। ਸਿਕਿਉਰਟੀ ਵਾਲੇ ਜਿਹੜੇ ਨੇ ਉਹਨਾਂ ਨੂੰ ਪਤਾ ਹੁੰਦਾ ਇਹ ਜਿਹੜੀ ਅੰਬਰ ਆ ਇਹਦੇ ਘਰ ਵਾਲਾ ਸ਼ੌਹਰ ਆ ਤੇ ਉਹ ਇਹਨੂੰ ਨਹੀਂ ਡੱਕਦੇ ਕਿਉਂਕਿ ਇਹਨੂੰ ਜਾਣਦੇ ਹੁੰਦੇ ਨੇ। ਉਸ ਤੋਂ ਇਲਾਵਾ ਇਹਦੀ ਤਲਾਸ਼ੀ ਵੀ ਨਹੀਂ ਲਈ ਜਾਂਦੀ। ਲੇਕਿਨ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਉਸ ਸਿਕਿਉਰਟੀ ਗਾਰਡ ਨੂੰ ਇਹਦੀ ਤਲਾਸ਼ੀ ਲੈਣੀ ਚਾਹੀਦੀ ਸੀ। ਦੂਸਰਾ ਸਵਾਲ ਇਹ ਆ ਕਿ ਉਹ ਮੈਟਲ ਡਿਟੈਕਟਰ ਜਿਹੜੇ ਲੱਗੇ ਨੇ ਉਹ ਕਿਉਂ ਨਹੀਂ ਬੋਲੇ, ਉਹਨਾਂ ਨੇ ਟੀ ਦੀ ਆਵਾਜ਼ ਕਿਉਂ ਨਹੀਂ ਦਿੱਤੀ, ਉਹਨਾਂ ਨੇ ਸਾਇਰਨ ਕਿਉਂ ਨਹੀਂ ਵਜਾਇਆ। ਇੱਕ ਬੰਦਾ ਅਸਲਾ ਲੈ ਕੇ ਅੰਦਰ ਜਾ ਰਿਹਾ, ਪਿਸਟਲ ਉਹਦੇ ਕੋਲ ਆ, ਲੇਕਿਨ ਉਹ ਜਿਹੜੇ ਮੈਟਲ ਡਿਟੈਕਟਰ ਲੱਗੇ ਨੇ ਉਹਨਾਂ ਨੂੰ ਬੋਲਣਾ ਚਾਹੀਦਾ ਸੀ ਨਾ, ਸਾਇਰਨ ਵੱਜਣਾ ਚਾਹੀਦਾ ਸੀ ਨਾ, ਆਵਾਜ਼ ਆਣੀ ਚਾਹੀਦੀ ਸੀ ਵੀ ਕੋਈ ਚੀਜ਼ ਅੰਦਰ ਜਾ ਰਹੀ ਆ। ਲੇਕਿਨ ਸ਼ਾਇਦ ਉਹ ਵੀ ਖਰਾਬ ਹੋਣੀ ਜਾਂ ਪਤਾ ਨਹੀਂ ਕੀ ਵਜ੍ਹਾ ਬਣੀ। ਉਸ ਤੋਂ ਬਾਅਦ ਇਹ ਜਿਸ ਵੇਲੇ ਆਪਣੇ ਕੈਬਨ ਦੇ ਵਿੱਚ ਬਹਿੰਦੀ ਹੈ ਜਾ ਕੇ ਤੇ ਉਹ ਪਿਸਟਲ ਕੱਢਦਾ ਤੇ ਠਾ ਇਹਨੂੰ ਗੋਲੀ ਮਾਰ ਦਿੰਦਾ। ਜਿਸ ਵੇਲੇ ਗੋਲੀ ਮਾਰ ਦਿੰਦਾ ਇਹ ਮੌਕੇ ਤੇ ਗਿਰ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਆਪਣੇ ਆਪ ਨੂੰ ਵੀ ਮੁਬੱਯਨਾ ਤੌਰ ਤੇ ਖੁਦਕਸ਼ੀ ਕਰ ਲੈਂਦਾ ਔਰ ਗੋਲੀ ਮਾਰ ਲੈਂਦਾ। ਤੁਹਾਨੂੰ ਪਤਾ ਨਾਦਰਾ ਦੇ ਦਫ਼ਤਰ ਦੇ ਵਿੱਚ ਬਹੁਤ ਰਸ਼ ਹੁੰਦਾ, ਆਵਾਮ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਤੇ ਉੱਥੇ ਭਗਦੜ ਮਚ ਜਾਂਦੀ ਆ। ਉਸ ਤੋਂ ਇਲਾਵਾ ਜਿਹੜੇ ਮੁਲਾਜ਼ਮੀਨ ਨੇ ਉਹ ਵੀ ਡਰ ਜਾਂਦੇ ਨੇ, ਸਾਰੇ ਰੌਲਾ ਬਣ ਜਾਂਦਾ। ਉੱਥੋਂ ਹੀ ਫਿਰ 15 ਤੇ ਕਾਲ ਹੁੰਦੀ ਆ। ਜਿਸ ਵੇਲੇ 15 ਤੇ ਕਾਲ ਹੁੰਦੀ ਆ, ਥਾਣਾ ਸਿਵਲ ਲਾਈਨ ਦੀ ਪੁਲਿਸ ਜਿਹੜੀ ਆ ਮੌਕੇ ਤੇ ਪਹੁੰਚ ਜਾਂਦੀ ਆ ਕੇ ਤੇ ਇਹਨਾਂ ਦੀਆਂ ਲਾਸ਼ਾਂ ਨੂੰ ਚੁੱਕਦੀ ਆ, ਪੁਲਿਸ ਪੋਸਟਮਾਰਟਮ ਵਾਸਤੇ ਹਸਪਤਾਲ ਲੈ ਜਾਂਦੀ ਆ। ਉਸ ਤੋਂ ਬਾਅਦ ਫਿਰ ਸਿਵਲ ਲਾਈਨ ਦੀ ਪੁਲਿਸ ਜਿਹੜੀ ਆ ਇੱਕ FIR ਦਰਜ ਕਰਦੀ ਆ
ਉਧਰੋਂ ਇਹਨਾਂ ਦੇ ਬੇਟਿਆਂ ਨੂੰ ਵੀ ਪਤਾ ਲੱਗ ਜਾਂਦਾ, ਮਨਸੂਰ ਔਰ ਮੋਹਿਤ ਨੂੰ, ਉਹ ਵੀ ਪਹੁੰਚ ਜਾਂਦੇ ਨੇ। ਫਿਰ ਪੁਲਿਸ ਜਿਹੜੀ ਆ ਉਹਨਾਂ ਦੀ ਮੁਦਈਅਤ ਦੇ ਵਿੱਚ ਇੱਕ ਭਰਾ ਆ ਮਨਸੂਰ, ਇੱਕ FIR ਦਰਜ ਕਰਦੀ ਆ 302 ਦੀ। FIR ਦਰਜ ਕਿਹਦੇ ਖਿਲਾਫ ਕਰਦੀ ਆ? ਵਾਲਦ ਬਿਲਾਲ ਦੇ ਖਿਲਾਫ। ਹੁਣ FIR ਤਾਂ ਦਰਜ ਹੋ ਗਈ, ਲੇਕਿਨ ਗੱਲ ਇਹ ਆ ਕਿ ਉਹ ਬਿਲਾਲ ਨੂੰ ਕਿਵੇਂ ਪਕੜਨਾ? ਉਹ ਖੁਦ ਮਰ ਗਿਆ, ਜਿਹਨੂੰ ਪਕੜਨਾ ਸੀ ਜਾਂ ਤਾਂ ਉਹ ਜ਼ਿੰਦਾ ਹੁੰਦਾ ਨਾ, ਫਿਰ ਤਾਂ ਚਲੋ ਮੰਨਦੇ FIR ਦਰਜ ਹੋ ਗਈ ਆ ਬਈ, ਹੁਣ ਵਾਲਦ ਨੂੰ ਪੁਲਿਸ ਜਿਹੜੀ ਆ ਗ੍ਰਿਫਤਾਰ ਕਰੇਗੀ। ਲੇਕਿਨ ਹੁਣ FIR ਤਾਂ ਦਰਜ ਹੋ ਗਈ ਆ ਤੇ ਪਕੜਨਾ ਕਿਹਨੂੰ ਆ? ਉਹ ਬੱਚੇ ਜਿਹੜੇ ਨੇ ਆਪਣੇ ਵਾਲਦੈਨ ਤੋਂ ਮਹਰੂਮ ਹੋ ਗਏ ਨੇ, ਔਰ ਉਹਨਾਂ ਦਾ ਨਾ ਪਿਓ ਰਿਹਾ ਨਾ ਮਾਂ ਰਹੀ, ਯਤੀਮ ਵੀ ਹੋ ਗਏ, ਮਸਕੀਨ ਵੀ ਹੋ ਗਏ। ਹੁਣ ਉਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਆ ਗੁਜ਼ਾਰਨੀ ਆ, ਉਹ ਜਾਣੇ ਵਾਲੇ ਜਿਹੜੇ ਨੇ ਚਲੇ ਗਏ ਨੇ। ਲੇਕਿਨ ਤੁਸੀਂ ਦੇਖੋ ਸਾਰੀ ਉਮਰ ਦੋਨੋਂ ਮੀਆਂ ਬੀਵੀ ਆਪਣੇ ਬੱਚਿਆਂ ਦੇ ਫਿਊਚਰ ਵਾਸਤੇ, ਮੁਸਤਕਬਲ ਵਾਸਤੇ ਕਮਾਉਂਦੇ ਰਹੇ, ਡਿਊਟੀਆਂ ਕਰਦੇ ਰਹੇ, ਲੜਦੇ ਰਹੇ, ਝਗੜਦੇ ਰਹੇ, ਬੜਾ ਕੁਛ ਬਣਾਇਆ। ਲੇਕਿਨ ਜਾਣ ਲੱਗਿਆ 1 ਮਿੰਟ ਲਾਇਆ, ਪਤਾ ਹੀ ਨਹੀਂ ਲੱਗਿਆ ਕਿ ਅਸੀਂ ਜਾ ਰਹੇ ਹਾਂ। ਲੇਕਿਨ ਇੱਕ ਘਰੇਲੂ ਝਗੜੇ ਜਿਹੜੇ ਸੀ, ਔਰ 15 ਦਿਨ ਇਹ ਝਗੜਾ ਚੱਲਦਾ ਰਿਹਾ ਔਰ ਇੱਕ ਦੂਜੇ ਦੇ ਨਾਲ ਬੋਲਦੇ ਵੀ ਨਹੀਂ ਰਹੇ। 15 ਦਿਨ ਤੋਂ ਬਾਅਦ ਇਸ ਤਰ੍ਹਾਂ ਜਦੋਂ ਉਹਨੇ ਕਿਹਾ ਕਿ ਮੈਂ ਤੈਨੂੰ ਛੱਡਣ ਜਾਣਾ, ਅੰਬਰ ਜਿਹੜੀ ਆ ਬੜੀ ਖੁਸ਼ ਹੋ ਗਈ ਕਿ ਮੇਰੀ ਸੁਲਾਹ ਜਿਹੜੀ ਆ ਮੇਰੇ ਸ਼ੋਹਰ ਦੇ ਨਾਲ ਹੋ ਗਈ ਆ। ਲੇਕਿਨ ਉਹਨੂੰ ਕੀ ਪਤਾ ਕਿ ਅੱਜ ਮੇਰੀ ਮੌਤ ਵਾਕਿਆ ਹੋ ਜਾਣੀ ਆ। ਇਹ ਸੀ ਇੱਕ ਦਿਲਖਰਾਸ਼ ਵਾਕਿਆ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਇਸ ਵੀਡੀਓ ਦੇ ਬਾਰੇ ਦੇ ਵਿੱਚ ਤੁਸੀਂ ਆਪਣੇ ਖਿਆਲਾਤ ਦਾ ਇਜ਼ਹਾਰ ਜ਼ਰੂਰ ਕਰਨਾ, ਔਰ ਨਾਲ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ। ਅਗਰ ਇਹ ਵੀਡੀਓ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਫਾਲੋ ਜ਼ਰੂਰ ਕਰ ਲੈਣਾ। ਅੱਲਾਹ ਤਾਲਾ ਸਭ ਤੇ ਰਹਿਮਤਾਂ ਫਰਮਾਏ, ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਈਮਾਨ 'ਚ ਰੱਖੇ। ਆਮੀਨ ਸੁਮਾ ਆਮੀਨ। अस्सलामु अलैकुम व रहमतुल्लाहि व बरकातहू।